ਜੀ ਅੱਜ ਸਾਡੇ ਨਾਲ ਡਾਕਟਰ ਨਸੀਰ ਅਹਿਮਦ ਕਾਲੂ ਸਾਹਿਬ ਮੌਜੂਦ ਨੇ ਸਾਡੇ ਨਸ਼ਿਸਤ ਤੇ। ਅੱਜ ਉਹਨਾਂ ਦੇ ਨਾਲ ਮੁਖਤਲਿਫ ਮੌਜ਼ੂਆਤ ਤੇ ਗੱਪਸ਼ਪ ਹੋਏਗੀ। ਜੀ ਡਾਕਟਰ ਸਾਹਿਬ ਅਸਲਾਮ ਵਾਲੇਕੁਮ। ਵਾਲੇकुम सलाम वरहमतुल्लाहि वबरकातुहू। थैंक यू नवाज साहब। ਡਾਕਟਰ ਸਾਹਿਬ ਸਾਨੂੰ ਇਹ ਦੱਸੋ ਪਹਿਲੀ ਭਈ ਪਾਕਿਸਤਾਨ ਦੇ ਜਿਹੜੇ ਮੁਖਤਲਿਫ ਅਦਾਰੇ ਨੇ ਇਹ ਇਸ ਵਕਤ ਬਹੁਤ ਸਾਰੇ ਬਦਹਾਲੀ ਦਾ ਸ਼ਿਕਾਰ ਹੋ ਚੁੱਕੇ ਨੇ, ਕੋਈ ਇਹਨਾਂ ਦਾ ਪੁਰਸਾਨੇ ਹਾਲ ਨਹੀਂ। ਗਵਰਨਮੈਂਟ ਵੀ ਕੁਝ ਅਦਾਰਿਆਂ ਦੇ ਫੋਕਸ ਕਰ ਰਹੀ ਹੈ ਵੀ ਇਹਨਾਂ ਨੂੰ ਅਸੀਂ ਵੇਚ ਦੇਣਾ ਹੈ ਜਾਂ ਪ੍ਰਾਈਵੇਟ ਕਰ ਦੇਣਾ ਹੈ, ਜਿਹਦੇ ਵਿੱਚ ਪੀਆਈਏ ਆ, ਸਟੀਲ ਮਿਲ ਏ, ਰੇਲਵੇ ਆ। ਇਹਦੇ 'ਚ ਤੁਸੀਂ ਕੀ ਆਪਣਾ ਤਜਜ਼ੀਆ ਪੇਸ਼ ਕਰਦੇ ਹੋ? औज़ बिल्लाहि मिनश शैतानिर रजीम, बिस्मिल्लाहिर रहमानिर रहीम। हाँ साहब, सवाल ਤੁਹਾਡਾ ਬੜਾ ਵੈਲਿਡ ਵੀ ਹੈ, ਬੜਾ ਕੰਪਲਿਕੇਟਡ ਵੀ ਹੈ ਔਰ ਬੜਾ ਸੋਚਣ ਵਿਚਾਰ ਕਰਨ ਵਾਲਾ ਵੀ ਹੈ। ਦੇਖੋ ਗੱਲ ਇਹ ਆ, ਅਦਾਰੇ ਇੱਕ ਦਿਨ ਚ ਤਬਾਹ ਨਹੀਂ ਹੁੰਦੇ ਔਰ ਮੁਲਕ ਇੱਕ ਦਿਨ ਚ ਬਣਦੇ ਨਹੀਂ ਹੈ। ਇਹਨਾਂ ਅਦਾਰਿਆਂ ਨੂੰ ਤਬਾਹ ਕੀਤਾ ਗਿਆ ਬਕਾਇਦਾ ਇੱਕ ਪਲਾਨਿੰਗ ਦੇ ਤਹਿਤ। ਉਹਦੀ ਮੈਂ ਤੁਹਾਨੂੰ ਮਿਸਾਲ ਦੱਸ ਦਿੰਦਾ। ਸਿੰਗਲ ਅਸੀਂ ਅਦਾਰੇ ਨੂੰ ਲੈ ਲੈਂਦੇ ਹਾਂ। ਪਹਿਲੇ ਰੇਲਵੇ ਨੂੰ ਲੈ ਲਓ। ਰੇਲਵੇ ਲਾਈਨ ਅਜੇ ਵੀ ਉਹੀ ਚੱਲ ਰਹੀਆਂ ਨੇ ਜਿਹੜੀਆਂ ਅੰਗਰੇਜ਼ ਦੌਰ 'ਚ ਚੱਲ ਰਹੀਆਂ ਸਨ। ਇਹਨਾਂ ਨੇ ਬਾਅਦ 'ਚ ਕੁਝ ਇੰਜਨ ਖਰੀਦੇ ਇੰਡੀਆ ਆਪਣੇ ਚਾਈਨਾ ਤੋਂ, ਜਿਹਦੇ ਰੇਟਸ ਉਹਦੀ origignal ਕੀਮਤ ਤੋਂ ਜਿਹੜੀ ਉਹਦੀ ਕੀਮਤ ਸੀ ਉਹ ਤੋਂ ਤਕਰੀਬਨ ਡਬਲ 'ਚ ਇਹਨਾਂ ਪਰਚੇਸ ਕੀਤੇ ਇਹਨਾਂ ਹੁਕੂਮਤਾਂ ਨੇ। ਉਹਦੇ ਨਾਲ ਹੋਇਆ ਕਿ ਜੋ ਇਹਨਾਂ ਨੇ ਐਕਸੈਸਿਵ ਪੇਮੈਂਟ ਕੀਤੀ ਆ ਉਹ ਤੇ ਇਹਨਾਂ ਦੇ ਅਕਾਊਂਟਾਂ 'ਚ ਚਲੀ ਗਈ ਔਰ ਸਾਡੀ ਪਬਲਿਕ ਦੇ ਜਿਹੜਾ ਟੈਕਸ ਤੋਂ ਵੈਲਿਊ ਸਨ ਜਾਂ ਟੈਕਸ ਦੇ ਪੈਸੇ ਸਨ ਉਹ ਡਬਲ ਪੇਮੈਂਟ ਕਰਨੀ ਪਈ। ਇੱਕ ਦੂਸਰੇ ਨੰਬਰ ਤੇ ਰੇਲਵੇ ਦੇ ਅੰਦਰ ਜਿੱਥੇ 5 ਬੰਦਿਆਂ ਦੀ ਜ਼ਰੂਰਤ ਸੀ, ਇਹਨਾਂ ਸਿਆਸਤਦਾਨਾਂ ਨੇ ਉੱਥੇ 20 ਬੰਦੇ ਭਰਤੀ ਕਰਵਾਤੇ। ਲੇਕਿਨ ਜਿੰਨੇ ਵੀ ਸਿਆਸੀ ਭਰਤੀ ਹੋਏ ਨੇ ਉਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਕੰਮ ਨਹੀਂ ਅਸੀਂ ਕਰਨਾ। ਜਦੋਂ ਕੰਮ ਨਹੀਂ ਕਰਨਾ ਤੇ ਤਨਖਾਹ ਜਾਂ ਸੈਲਰੀ ਕਿਸ ਚੀਜ਼ ਦੀ ਹੈ? ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਅਜ਼ੀਮ ਹੈ ਕਿ ਕਿਸੇ ਵੀ ਮਜ਼ਦੂਰ ਦੀ ਮਜ਼ਦੂਰੀ ਉਹਦੇ ਪਸੀਨਾ ਖਤਮ ਹੋਣ ਤੋਂ ਪਹਿਲੇ ਦੇ ਦੇਣੀ ਚਾਹੀਦੀ ਆ। ਤੁਸੀਂ ਮੈਨੂੰ ਇਹ ਦੱਸੋ ਇਮਾਨਦਾਰੀ ਨਾਲ ਕਿ ਜਿੰਨੇ ਵੀ ਲੋਕ ਕੰਮ ਕਰ ਰਹੇ ਨੇ ਰੇਲਵੇ 'ਚ ਲਾ ਲਓ, ਕਿਉਂਕਿ ਜਿਹੜੇ ਬਹਿਸ ਰੇਲਵੇ ਆ ਇਹ ਇਮਾਨਦਾਰੀ ਨਾਲ ਕੰਮ ਕਰਦੇ ਨੇ। ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ਇਹਨਾਂ ਨੇ ਜਾਲੀ ਟਿਕਟ ਬਣਾਏ ਨੇ ਜਿਹੜੇ ਲੋਕਾਂ ਨੂੰ ਪੈਸੇ ਲੈ ਕੇ ਕੱਟੀ ਜਾਂਦੇ ਨੇ, ਲੇਕਿਨ ਉਹ ਗਵਰਨਮੈਂਟ ਦੇ ਖਾਤੇ 'ਚ ਨਹੀਂ ਜਾਂਦੇ, ਗਵਰਨਮੈਂਟ ਦੇ ਅਕਾਊਂਟ 'ਚੋਂ ਪੈਸੇ ਨਹੀਂ ਜਾਂਦੇ। ਉਹ ਕਿਹਦੀ ਜੇਬ ਜਾਂਦੇ ਨੇ? ਐਸਟੀਈ ਜਿਹੜੇ ਨੇ। ਜਦੋਂ ਕਿਸੇ ਗੱਡੀ 'ਚ ਤੁਸੀਂ ਸਫ਼ਰ ਕਰਕੇ ਦੇਖ ਲਓ, ਰੇਲਵੇ ਦਾ ਜਿਹੜਾ ਪੁਲਿਸਮੈਨ ਜਿਹੜਾ ਗੱਡੀ ਦੇ ਨਾਲ ਬਤੌਰੇ ਸਿਕਿਉਰਿਟੀ ਗਾਰਡ ਚੱਲ ਰਿਹਾ ਵੇ, ਉਹਨੇ ਕੰਮ ਇਹ ਫੜਿਆ ਕਿ ਲੋਕਾਂ ਕੋਲ ਪੈਸੇ ਲੈ ਕੇ ਉਹਨੂੰ ਸੀਟਾਂ ਤੇ ਬਿਠਾਉਂਦਾ, ਉਹਨੂੰ ਆਪਣੇ ਖਾਤੇ 'ਚ ਪਾ ਲੈਂਦਾ ਜੀ ਇਹ ਮੇਰੀ ਸਵਾਰੀ ਆ, ਇਹਨੂੰ ਨਾ ਪੁੱਛਿਆ ਜਾਏ। ਜਦੋਂ ਗਾਰਡ ਜਿਹੜੇ ਨੇ ਉਹ ਆਪਣੇ ਚਹੇਤੇ ਲੋਕਾਂ ਕੋਲ ਜਾਂ ਆਪਣੇ ਜਿਹੜੇ ਪੈਸੇ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਬਿਠਾ ਕੇ ਸਫ਼ਰ ਕਰਾਉਣਗੇ ਤੇ ਫਿਰ ਰੇਲਵੇ ਨੇ ਘਾਟੇ 'ਚ ਹੀ ਜਾਣਾ ਨਾ। ਔਰ ਬਹੁਤ ਸਾਰੇ ਤੁਸੀਂ ਅੱਜ ਵੀ ਦੇਖ ਲਓ, ਤੁਹਾਡੇ ਸਾਹਮਣੇ ਆ ਗੌਰੀ ਸੀ ਔਰ ਆਪਣਾ ਬਦਰ ਸੀ, ਇਹ ਜਦੋਂ ਪ੍ਰਾਈਵੇਟਾਈਜ਼ ਹੋਏ ਨੇ, ਜਾਂ ਸਰ ਸਈਦ ਪ੍ਰਾਈਵੇਟਾਈਜ਼ ਹੋਈ ਸੀ, ਬਾਬਾ ਪ੍ਰਾਈਵੇਟਾਈਜ਼ ਹੋਈ ਸੀ, ਰਹਿਮਾਨ ਬਾਬਾ। ਉਹੀ ਕੰਪਨੀਆਂ ਜਿਨ੍ਹਾਂ ਨੇ ਇਹਨਾਂ ਦਾ ਠੇਕਾ ਲਿਆ ਸੀ ਉਹ ਆਪਣੇ ਪੈਸੇ ਪੂਰੇ ਕਰਨ ਤੋਂ ਇਲਾਵਾ ਮੁਨਾਫਾ ਵੀ ਕਮਾ ਰਹੇ ਸਨ। ਤੇ ਇਹਨਾਂ ਨੂੰ ਕੀ ਬਿਮਾਰੀ ਆ ਕਿ ਮਹਿਕਮਾ ਸਾਡਾ ਜਿਹੜਾ ਜਾਂ ਮਹਿਕਮੇ ਦੇ ਲੋਕ ਜਿਹੜੇ ਨੇ ਉਹ ਉਹਨੂੰ ਘਾਟੇ 'ਚ ਕਿਉਂ ਖੜਦੇ ਨੇ? ਉਹਦੇ ਪਿੱਛੇ ਸਾਰੀ ਬਦਨੀਅਤੀ ਆ। ਤੀਸਰੀ ਵਜ੍ਹਾ ਦੀ ਕੀ ਆ? ਤੀਸਰੀ ਵਜ੍ਹਾ ਇਹਦੀ ਸਭ ਤੋਂ ਬੜੀ ਇਹ ਸੀ ਕਿ ਇੱਕ ਗੁਲਾਮ ਬਲੌਰ ਸਾਹਿਬ ਸਾਡੇ ਵਜ਼ੀਰ ਰੇਲਵੇ ਰਹੇ ਨੇ ਇੱਕ ਜ਼ਮਾਨੇ 'ਚ, ਤੁਹਾਨੂੰ ਸ਼ਾਇਦ ਪਤਾ ਕਿ ਨਹੀਂ, ਸਰਾਦੇ ਸਨ। ਉਹ ਆਪਣੇ ਬਹੁਤ ਬੜੇ ਟਰਾਂਸਪੋਰਟਰ ਸਨ। ਉਹਨਾਂ ਦੇ ਦੌਰ 'ਚ ਰੇਲਵੇ ਦੀ ਤਬਾਹੀ ਸ਼ੁਰੂ ਹੋਈ ਆ। ਉਹਨਾਂ ਦੀ ਆਪਣੀਆਂ ਗੱਡੀਆਂ ਨੂੰ ਉਹਨਾਂ ਨੂੰ ਆਪਣੇ ਅਪਲਿਫਟ ਕਰਨ ਵਾਸਤੇ ਉਹਨਾਂ ਰੇਲਵੇ ਦਾ ਪੱਠਾ ਬਿਠਾ ਛੱਡਿਆ। ਰੇਲਵੇ ਦੇ ਇੰਜਣਾਂ 'ਚ ਪਤਾ ਨਹੀਂ ਕੀ ਕੁਝ ਪਾ ਕੇ ਪੂਰੇ ਰੇਲਵੇ ਦੇ ਜਿੰਨੇ ਪਾਵਰ ਹੈ ਸਨ ਇਹਨਾਂ ਦੇ ਇੰਜਣ ਸਨ ਉਹ ਸਾਰੇ ਤਬਾਹੀ ਲਾਤੀ ਇਹਨਾਂ ਨੇ, ਖਰੀਦਿਆ ਨਹੀਂ। ਹੁਣ ਤੁਸੀਂ ਦੇਖ ਲਓ ਰੇਲਵੇ ਦੀਆਂ ਬੁੱਗੀਆਂ ਇਹਨਾਂ ਕੋਲ ਖਰੀਦੀਆਂ ਨਹੀਂ ਜਾਂਦੀਆਂ, ਇਹਨਾਂ ਕੋਲ ਬਣਾਈਆਂ ਨਹੀਂ ਜਾਂਦੀਆਂ। ਉਹ ਤੁਸੀਂ ਮੈਂ ਕਦੇ ਸਫ਼ਰ ਕਰਨਾ ਰੇਲਵੇ ਤੇ ਪਿੰਡੀ ਜਾਂਦਿਆਂ ਆਪਣੇ ਲਾਲਾ ਮੂਸਾ ਤੇ ਜਾ ਕੇ ਦੇਖ ਲਓ, ਜੇਲਮ ਦੇਖ ਲਓ, ਲਾਈਨਾਂ ਲੱਗੀਆਂ ਪਈਆਂ ਨੇ ਇਹਨਾਂ ਦੀਆਂ ਬੁੱਗੀਆਂ ਦੀਆਂ, ਕੋਈ ਸੜੀਆਂ ਹੋਈਆਂ ਨੇ, ਕੋਈ ਟੁੱਟੀਆਂ ਹੋਈਆਂ ਨੇ। ਬੁਰਾ ਉਹਨੂੰ ਠੀਕ ਨਹੀਂ ਕਰਨਾ
ਗੱਡੀਆਂ ਨਹੀਂ ਚਲਾਉਣੀਆਂ। ਤੁਸੀਂ ਆਪਣੇ ਰੇਲਵੇ ਟਰੈਕ ਤੇ ਦੇਖ ਲਓ, ਇੱਥੇ ਸਭ ਤੋਂ ਸੁਬਾਹ ਲਾ ਲਓ, ਮਾੜੀ ਜਾਂਦੀ ਸੀ, ਫਿਰ ਡਾਚੀ ਜਾਂਦੀ ਸੀ, ਸਰਗੋਦਾ ਜਾਂਦੀ ਸੀ, ਫਿਰ ਇੱਕ ਹੋਰ 81 ਜਾਂਦੀ ਸੀ। ਹੁਣ ਉਹਨਾਂ ਚ ਕੀ ਰਹਿ ਗਈ ਹੈ? ਸਿਰਫ ਇੱਕ ਬਦਲ। ਔਰ ਹੁਣ ਵੀ ਜਿੰਨੀ ਆਮਦਨੀ ਹੋ ਰਹੀ ਆ, ਜਿਹੜੀ ਆਮਦਨੀ ਦਿਖਾਈ ਜਾ ਰਹੀ ਆ, ਜਿਸ ਚ ਕਰਪਸ਼ਨ ਘੱਟ ਤੋਂ ਘੱਟ ਹੁੰਦੀ ਆ, ਉਹ ਹੈ ਜਿਹੜਾ ਇਹ ਸਮਾਨ ਲੋਡ ਕਰਕੇ ਗੱਡੀਆਂ ਜਾਂਦੀਆਂ ਨੇ, ਜਿਹਨੂੰ ਮਾਲ ਗੱਡੀ ਅਸੀਂ ਕਹਿੰਦੇ ਹਾਂ, ਉਹਦੇ ਚ ਕੁਝ ਬਚਤ ਹੁੰਦੀ ਆ, ਵਗਰਨਾ ਬਾਕੀ ਜਿਹਦਾ ਤਬਾਹੀ ਲਾ ਛੱਡੀ ਇਹਨਾਂ ਨੇ। ਉਹਦੇ ਚ ਕਿੰਨੇ ਲਾਈਆਂ ਨੇ? ਸਿਆਸਤਦਾਨਾਂ ਨੇ, ਅਦਾਰਿਆਂ ਦੇ ਹੈਡ ਜਿਹੜੇ ਚੇਅਰਮੈਨ ਉਹ ਲਗਾਉਂਦੇ ਨੇ ਡਿਪਾਰਟਮੈਂਟ ਦੇ, ਜਿਹੜੇ ਨਾ ਕੰਟਰੋਲ ਕਰਦੇ ਨੇ ਨਾ ਉਹ ਕਰਨਾ ਚਾਹੁੰਦੇ ਨੇ, ਤੇ ਓਵਰ ਐਂਡ ਐਕਸੈਸ ਬੰਦੇ ਭਰਤੀ ਕੀਤੇ ਨੇ ਇਹਨਾਂ ਨੇ। ਜੀ ਇਸ ਤਰ੍ਹਾਂ ਹੀ ਡਾਕਟਰ ਸਾਹਿਬ, ਜਿਵੇਂ ਤੁਸੀਂ ਰੇਲਵੇ ਤੇ ਰੋਸ਼ਨੀ ਪਾਈ ਹੈ, ਇਸੇ ਤਰ੍ਹਾਂ ਹੀ ਪੀਆਈਏ ਆ, ਪੀਆਈਏ ਦੇ ਮੁਤਲਕ ਵੀ ਗਵਰਨਮੈਂਟ ਨੇ ਤਿਆਰੀ ਕੀਤੀ ਹੈ ਵੀ ਇਹਨੂੰ ਅਸੀਂ ਪ੍ਰਾਈਵੇਟ ਕਰਨੇ ਆ, ਇਹਦੇ ਤੇ ਕੀ ਕਹਿੰਦੇ? ਦੇਖੋ ਭਾਈ ਮੇਰੇ, ਪੀਆਈਏ ਇੱਕ ਜ਼ਮਾਨੇ 'ਚ ਇਹ ਉਹ ਅਦਾਰਾ ਸੀ ਜਿਹੜਾ ਦੂਸਰੇ ਮੁਲਕਾਂ ਨੂੰ ਟ੍ਰੇਨਿੰਗ ਦਿੰਦਾ ਸੀ, ਦੂਸਰੇ ਮੁਲਕਾਂ ਦੀ 에ਅਰਲਾਈਨ ਨੂੰ ਇੰਸਟਾਲ ਕਰਵਾਉਂਦਾ ਸੀ। ਸਿਰਫ ਟ੍ਰੇਨਿੰਗ ਨਹੀਂ ਦਿੰਦਾ, ਇੰਸਟਾਲ ਕਰਾਉਂਦਾ ਸੀ। ਔਰ ਰਿਕਾਰਡ 'ਚ ਮੌਜੂਦ ਹੈ, ਤੁਸੀਂ ਰਿਕਾਰਡ ਖੋਲ ਕੇ ਤਾਰੀਖ ਪਾਕਿਸਤਾਨ ਦੇਖ ਲਓ ਕਿ ਅਰਬ ਅਮਾਰਾਤ ਦੇ 에ਅਰਲਾਈਨ ਜਿਹੜੀ ਆ ਉਹ ਪਾਕਿਸਤਾਨ ਦੇ 에ਅਰਲਾਈਨ ਨੇ ਯਾਨੀ ਪੀਆਈਏ ਨੇ ਐਸਟੈਬਲਿਸ਼ ਕੀਤੀ ਸੀ, ਸਾਰੀ ਟ੍ਰੇਨਿੰਗ ਦਿੱਤੀ ਸੀ ਔਰ ਸਾਰੀ ਉਹਨੂੰ ਸਮੂਥ ਲਾਈਨ 'ਚ ਆਉਂਦਾ ਸੀ। ਹੁਣ ਉਹ ਜਿਹੜੀ 에ਅਰਲਾਈਨ ਆ ਉਹ ਡਾਲਰਾਂ ਦੇ ਹਿਸਾਬ ਨਾਲ ਕਮਾ ਰਹੀ ਆ ਔਰ ਪੀਆਈਏ ਜਿਹੜਾ ਉਹ ਘਟ ਜਾ ਰਹੀ ਆ। ਨੰਬਰ 1। ਨੰਬਰ 2, ਸਾਡੀ 에ਅਰਲਾਈਨ ਨੇ ਜਾਪਾਨ ਵਗੈਰਾ ਨੂੰ ਵੀ ਸਪੋਰਟ ਕੀਤਾ, ਉਹਨਾਂ ਦੀ ਵੀ ਟ੍ਰੇਨਿੰਗ ਵੀ ਕੀਤੀ। ਹੁਣ ਉਹ ਕਿੱਥੇ ਨੇ, ਅਸੀਂ ਕਿੱਥੇ ਆ? ਤੀਸਰੇ ਨੰਬਰ ਤੇ, 에ਅਰਲਾਈਨ ਦੇ ਵਿੱਚ ਜਿੱਥੇ 10 ਬੰਦਿਆਂ ਦੀ ਜ਼ਰੂਰਤ ਆ, ਇਹਨਾਂ ਨੇ ਉੱਥੇ 50-50 ਬੰਦੇ ਭਰਤੀ ਕੀਤੇ। ਸਿਆਸੀ ਲੋਕ ਕਿਉਂ ਕੀਤੇ ਨੇ? ਸਿਰਫ ਆਪਣੇ ਲੋਕਾਂ ਨੂੰ ਓਬਲਾਈਜ ਕਰਨ ਵਾਸਤੇ, ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ। ਲੇਕਿਨ ਉਹ ਰੋਜ਼ਗਾਰ ਦਿੰਦਿਆਂ ਓਬਲਾਈਜ ਕਰਦਿਆਂ ਇਹਨਾਂ ਪੂਰੇ ਅਦਾਰੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸਾਂ, ਇੱਕ ਦਫਾ 에ਅਰ ਮਾਰਸ਼ਲ ਨੂਰ ਖਾਂ, ਉਹ ਸਾਡੇ ਪੀਆਈ ਦੇ ਚੇਅਰਮੈਨ ਰਹੇ ਨੇ। ਪੀਆਈਏ ਉਦੋਂ ਥੋੜਾ ਜਿਹਾ ਘੱਟ ਹੀ ਜਾ ਰਿਹਾ ਸੀ। ਜਦੋਂ ਚੇਅਰਮੈਨ ਆਏ ਨੇ, ਉਹਨਾਂ ਨੇ ਸਮੂਥਲੀ ਚੁੱਕ ਕੇ ਤੇ ਉੱਪਰ ਲੈ ਗਏ। ਇਸੇ ਤਰ੍ਹਾਂ ਇਮਰਾਨ ਖਾਨ ਦੇ ਦੌਰ ਵਿੱਚ ਵੀ ਤੁਸੀਂ ਦੇਖੋ, ਇਹ ਸਾਡਾ 에ਅਰਲਾਈਨ ਜਿਹੜੀ ਸੀ ਪੀਆਈਏ ਸੀ, ਉਹ ਪ੍ਰੋਫਿਟ ਚਲੀ ਗਈ ਸੀ। ਜਦੋਂ ਕਿ ਉਸ ਤੋਂ ਥੋੜਾ ਚਿਰ ਪਹਿਲੇ ਇਹ ਕਹਿੰਦੇ ਸੀ ਕਿ ਅਸੀਂ 에ਅਰਲਾਈਨ ਦਿੰਨੇ ਆ ਤੇ ਨਾਲ ਅਸੀਂ ਸਟੀਲ ਮਿਲ ਮੁਫਤ 'ਚ ਦਿੰਨੇ ਆ, ਯਾਨੀ ਊਠ ਦੇ ਗਲੇ 'ਚ ਬਿੱਲੀ ਬੰਨ ਕੇ ਵੇਚ ਰਹੇ ਸਨ ਕਿ ਅਸੀਂ ਕੀਮਤ ਸਾਨੂੰ ਸਿਰਫ 에ਅਰਲਾਈਨ ਦੀ ਦੇ ਦਿਓ ਤੁਸੀਂ ਪੀਆਈਏ ਦੀ, ਤੇ ਸਟੀਲ ਮੁਫਤ ਦਿੰਨੇ ਆ। ਇਹ ਕਿਹਦਾ ਦੌਰ ਆ? ਇਹ ਸਿਆਸਤਦਾਨਾਂ ਦਾ ਬੇੜਾ ਗਰਕ ਹੋਇਆ ਔਰ ਮੁਲਕ ਦਾ ਬੇੜਾ ਗਰਕ ਇਹਨਾਂ ਨੇ ਕੀਤਾ। ਹੁਣ ਕੀ ਆ? ਉਸ ਤੋਂ ਬਾਅਦ ਜਿਸ ਵੇਲੇ ਨੂਰ ਖਾਂ ਸਾਹਿਬ ਆਏ ਨੇ, ਨੂਰ ਖਾਂ ਸਾਹਿਬ ਨੇ ਸਾਰਾ ਪੂਰੇ ਦਾ ਪੂਰਾ ਸਕਰੀਨਿੰਗ ਕਰਕੇ ਉਹਨੂੰ ਚੁੱਕ ਕੇ ਤੇ ਉੱਪਰ ਲੈ ਆਏ ਪੀਆਈਏ ਨੂੰ। ਉਹ ਪੀਆਈਏ ਮੁਨਾਫੇ ਜਾਂਦੀ ਸੀ। ਜ਼ਿੰਮੇਦਾਰ ਕੌਣ ਆ? ਇੱਕ ਬੰਦਾ। ਚੇਅਰਮੈਨ ਅਗਰ ਇਮਾਨਦਾਰ ਹੋਏਗਾ, ਆਨੈਸਟ ਹੋਏਗਾ, ਵਰਕਰ ਹੋਏਗਾ, ਉਹ ਹਰ ਅਦਾਰੇ ਨੂੰ ਚੁੱਕ ਕੇ ਉੱਪਰ ਲੈ ਜਾਏਗਾ। ਅਗਰ ਉਹ ਕਰਪਟ ਹੋਏਗਾ, ਉਹ ਪੋਲੀਟੀਕਲ ਹੋਏਗਾ ਔਰ ਉਹ ਸਲੱਗਿਸ਼ ਹੋਏਗਾ, ਉਹ ਕਦੀ ਵੀ ਉਸ ਅਦਾਰੇ ਨੂੰ ਉੱਪਰ ਨਹੀਂ ਖੜ ਸਕਦਾ, ਉਹਦਾ ਬੇੜਾ ਗਰਕ ਕਰੇਗਾ। ਜੀ ਜੇ ਅਸੀਂ ਅੱਗੇ ਅੱਜ ਦਾ ਟਾਪਿਕ ਸਟੀਲ ਮਿਲ ਰਹਿ ਗਈ ਤੇ ਇੱਕ ਇਸ਼ੂ ਹੋਰ ਵੀ ਇਹ ਨਾਲ ਆ, ਜੋ ਉੱਤੇ ਵੀ ਗੱਪਸ਼ਪ ਕਰ ਦਈਏ। ਡਾਕਟਰ ਸਾਹਿਬ, ਜਿਹੜੇ ਸਟੀਲ ਮਿਲ ਹੈ, ਇਹਦੇ ਤੇ ਵੀ ਬਹੁਤ ਸਾਰੀਆਂ ਚਹਿਮਗੋਈਆਂ ਹੋ ਰਹੀਆਂ ਹੈ, ਇਹਦੇ ਤੇ ਕੀ ਕਹਿੰਦੇ? ਦੇਖੋ ਜੀ, ਜਦੋਂ ਸਟੀਲ ਮਿਲ ਬਣੀ ਹੈ ਨਾ, ਇਹ ਰੂਸ ਦੀ ਮਦਦ ਨਾਲ ਬਣੀ ਸੀ, ਤੁਹਾਨੂੰ ਯਾਦ ਹੋਏਗਾ, ਔਰ ਏਸ਼ੀਆ ਦੀ ਸਭ ਤੋਂ ਬੜੀ ਸਟੀਲ ਮਿਲ ਸੀ ਔਰ ਇੰਨਾ ਮੁਨਾਫਾ ਦੇ ਰਹੀ ਸੀ ਇਹ ਸਟੀਲ ਮਿਲ, ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ। ਪੂਰੇ ਪਾਕਿਸਤਾਨ ਦੀ ਜ਼ਰੂਰੀਅਤ ਪੂਰੀ ਕਰ ਰਹੇ ਸੀ। ਲੇਕਿਨ ਜਦੋਂ ਸਾਡੇ ਗਾਰਡਰ ਮਾਫੀਆ ਔਰ ਸਰੀਆ ਮਾਫੀਆ ਹਕੂਮਤਾਂ 'ਚ ਆਏ, ਉਹਨਾਂ ਨੇ ਉਸ ਕੌਮੀ ਜਿਹੜੀ ਅਦਾਰਾ ਸੀ ਸਾਡਾ ਸਟੀਲ ਮਿਲ, ਉਹਦਾ ਬੇੜਾ ਗਰਕ ਕਰਕੇ ਰੱਖਤਾ। ਇਹਨਾਂ ਦੇ ਆਪਣੇ ਪ੍ਰੋਜੈਕਟ ਜਿਹੜੇ ਨੇ ਉਹ ਤਰੱਕੀ ਕਰ ਰਹੇ ਸੀ, ਦਿਨ ਦੁਗਣੀ ਰਾਤ ਚੌਗਣੀ, ਔਰ ਜਿਹੜਾ ਸਰਕਾਰੀ ਅਦਾਰਾ ਸੀ ਜਾਂ ਗਵਰਨਮੈਂਟ ਦਾ ਜਾਂ ਪਬਲਿਕ ਦਾ ਅਦਾਰਾ ਸਟੀਲ ਮਿਲ, ਉਹਦੇ ਬੇੜਾ ਗਰਕ ਹੋ ਰਿਹਾ। ਕਿਉਂ? ਉਹਦੇ 'ਚ ਵੀ ਇਹੀ ਚੀਜ਼ਾਂ ਆਈਆਂ ਕਿ ਗੈਰ ਕਾਨੂੰਨੀ ਭਰਤੀਆਂ, ਗੈਰ ਜ਼ਰੂਰੀ ਭਰਤੀਆਂ ਔਰ ਐਕਸੈਸਿਵ ਭਰਤੀਆਂ। ਤੁਸੀਂ ਦੇਖੋ, ਮੈਨੂੰ ਅੱਜ ਵੀ ਯਾਦ ਆ ਕਿ ਇੱਥੇ ਐਮਬੈਨੇਜ਼ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਭਰਤੀ ਕਰਾਇਆ ਸੀ, ਜਿਨ੍ਹਾਂ ਦੀ ਉਸ ਜ਼ਮਾਨੇ 'ਚ, ਜਦੋਂ ਕਿ ਮੇਰੀ ਤਨਖਾਹ 18ਵੇਂ ਗ੍ਰੇਡ 'ਚ 6-7 ਹਜ਼ਾਰ ਰੁਪਇਆ ਹੁੰਦੀ ਸੀ, ਉਹਨਾਂ ਲੋਕਾਂ ਦੀ 50-50, 60-60 ਹਜ਼ਾਰ ਰੁਪਏ ਤਨਖਾਹਾਂ ਹੁੰਦੀਆਂ ਸੀ, ਜਿਹੜੇ ਜਾਂਦੇ ਨਹੀਂ ਸੀ। ਉਹਨਾਂ ਨੂੰ ਪੀਆਈ ਦੇ ਟਿਕਟ ਵੀ ਫ੍ਰੀ ਮਿਲਦੇ ਸੀ। ਉਹ ਜਾਂਦੇ ਸੀ ਜਦੋਂ ਦਿਲ ਕਰਦਾ, ਹਫ਼ਤੇ ਬਾਅਦ, ਮਹੀਨੇ ਬਾਅਦ, ਇੱਕ ਵਾਰੀ, 2 ਵਾਰੀ ਮਹੀਨੇ ਜਾਣਾ ਵਾ,
ਆਪਣੀ ਤਨਖਾਹ ਲਈ ਜਾਣੀ ਹੈ। ਤੁਸੀਂ ਦੱਸੋ ਇਹ ਅਦਾਰੇ ਬਰਬਾਦ ਕਿਉਂ ਨਾ ਹੋਣ ਇਹਨਾਂ ਵਜ੍ਹਾ ਤੋਂ? ਜਦੋਂ ਐਕਸੈਸਿਵ ਉਹਨਾਂ ਦੇ ਐਕਸਪੈਂਡੀਚਰ ਹੋਏਗਾ ਔਰ ਰਿਸੋਰਸਸ ਜਿਹੜੇ ਹੈ ਇਨਕਮ ਦੇ ਉਹ ਡਿਗਰੇਡ ਹੁੰਦੇ ਜਾਣਗੇ। ਹੁਣ ਵੀ ਤੁਸੀਂ ਦੇਖ ਲਓ ਉੱਥੇ ਕੰਮ ਕੋਈ ਵੀ ਨਹੀਂ ਹੋ ਰਿਹਾ, ਲੇਕਿਨ ਅਰਬਾਂ ਰੁਪਇਆ ਤਨਖਾਹਾਂ ਤੇ ਜਾ ਰਿਹਾ ਉਹਨਾਂ ਦਾ ਸਾਲਾਨਾ। ਤੋ ਜੀ ਇਹ ਸਨ ਡਾਕਟਰ ਨਸੀਰ ਅਹਿਮਦ ਸਾਹਿਬ, ਜਿਨ੍ਹਾਂ ਨੇ ਅੱਜ ਮੁਖਤਲਿਫ ਮੌਜ਼ੂਆਤ ਤੇ ਗੱਪਸ਼ਪ ਕੀਤੀ ਹੈ। ਇਹਨਾਂ ਦਾ ਇਹ ਕਹਿਣਾ ਹੈ ਕਿ ਤਮਾਮ ਅਦਾਰਿਆਂ ਦੀ ਤਬਾਹੀ ਦਾ ਜਿਹੜਾ ਜ਼ਿੰਮੇਦਾਰ ਹੈ ਉਹ ਮੌਜੂਦਾ ਜਿਹੜੇ ਨੇ ਸਾਡੇ ਅੱਜ ਦੇ ਸਿਆਸਤਦਾਨ ਨੇ। ਨਵੇਂ ਟਾਪਿਕ ਨਾਲ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼। ਅੱਲਾਹ ਹਾਫ਼ਿਜ਼।